ਵਾਹਿਗੁਰੂ ਸਾਹਿਬ ਜੀ। ਇਹ ਸੁਣ ਬਚਨ ਜੋਗੀਸਰਾਂ, ਮਾਰ ਕਿਲਕ ਬਹੁ ਰੂਏ ਉਠਾਈ। ਖਾਟ ਦਰਸ਼ਨ ਕੋ ਖੇਦਿਆ, ਕਲ ਜੁਗ ਨਾਨਕ ਬੇਦੀ ਆਈ। ਸਿੱਧ ਬੋਲਣ ਸਭ ਅਵਖਦੀਆਂ, ਤੰਤਰ ਮੰਤਰ ਕੀ ਧੁਨੋਂ ਚੜ੍ਹਾਈ। ਰੂਪ ਵਟਾਏ ਜੋਗੀਆਂ, ਸਿੰਘ ਬਾਗ ਬਹੁ ਚਲਤ ਦਿਖਾਈ। ਇੱਕ ਪਰ ਕਰਕੇ ਉੱਡਰਨ, ਪੰਖੀ ਜਿਵੈ ਰਹੇ ਲੀਲਾਈ। ਇੱਕ ਨਾਗ ਹੋਏ ਪੌਣ ਛੋੜਿਆ, ਇਕ ਨਾ ਵਰਖਾ ਅਗਨ ਵਸਾਈ। ਤਾਰੇ ਤੋੜੇ ਭੰਗਰ ਨਾਥ, ਇਕ ਚੜ ਮਿਰਗਾਨੀ ਜਲ ਤਰ ਜਾਈ। ਸਿੱਧਾਂ ਅਗਨ ਨਾ ਬੁਝੈ ਬੁਝਾਈ, ਸਿੱਧਾਂ ਅਗਨ ਨਾ ਬੁਝੈ ਬੁਝਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ, ਦੀਨਾ ਬੰਧੂ ਜੋਤੀ ਸਵੈਰੂਪ। ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਪਹਿਲੀ ਵਾਰ ਦੀ 41ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸੀ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅਚਲ ਬਟਾਲੇ ਦੀ ਧਰਤੀ 'ਤੇ ਆਏ। ਅਚਲ ਸਿੱਧਾਂ ਦੇ ਨਾਲ ਸਤਿਗੁਰੂ ਜੀ ਦੀ ਗੋਸ਼ਟੀ ਹੋਈ। ਭੰਗਰ ਨਾਥ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਾ, ਤੁਸੀਂ ਦੁੱਧ ਵਿੱਚ ਕਾਂਜੀ ਕਿਉਂ ਪਾ ਦਿੱਤੀ ਹੈ? ਦੁੱਧ ਦਾ ਸਾਰਾ ਮਟਕਾ ਹੀ ਫਿੱਟ ਗਿਆ ਹੈ, ਹੁਣ ਰਿੜਕਣ ਦੇ ਨਾਲ ਗਿਆਨ ਰੂਪੀ ਮੱਖਣ ਨਹੀਂ ਮਿਲੇਗਾ। ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ ਸੀ, ਨਾਨਕ ਆਖੇ ਭੰਗਰ ਨਾਥ ਤੇਰੀ ਮਾਓ ਕੁਚੱਜੀ ਆਹੀ, ਭਾਂਡਾ ਧੋਏ ਨਾ ਜਾਤਿਓਨ ਭਾਏ ਕੁਚੱਜੇ ਫੁੱਲ ਸੜਾਈ। ਤੇਰੀ ਬੁੱਧੀ ਹੀ ਕੁਚੱਜੀ ਹੈ, ਮਨ ਦੀਆਂ ਵਾਸ਼ਨਾਵਾਂ ਕਿਵੇਂ ਦੂਰ ਕਰਨੀਆਂ ਨੇ, ਇਹ ਭਾਂਡਾ ਕਿਵੇਂ ਧੋਣਾ ਹੈ, ਤੁਹਾਨੂੰ ਪਤਾ ਨਹੀਂ। ਗ੍ਰਸਤੀਆਂ ਦੀ ਨਿੰਦਿਆ ਕਰਦੇ ਹੋ, ਫਿਰ ਉਹਨਾਂ ਦੇ ਘਰ ਵਿੱਚ ਮੰਗਣ ਜਾਂਦੇ ਹੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਸੋ ਇਉਂ ਗੁਰੂ ਬਾਬਾ ਜੀ ਨੇ ਬਚਨ ਕਹਿ ਕੇ ਇਹਨਾਂ ਜੋਗੀਆਂ ਨੂੰ ਸਮਝਾਇਆ। ਆਓ ਹੁਣ ਅੱਗੇ ਭਾਈ ਗੁਰਦਾਸ ਸਾਹਿਬ ਜੀ ਅਗਲੀਆਂ ਪੌੜੀਆਂ ਵਿੱਚ ਇਸ ਗੋਸ਼ਟੀ ਦਾ ਹੋਰ ਜ਼ਿਕਰ ਕਰ ਰਹੇ ਹਨ। ਵਾਹਿਗੁਰੂ ਜੀ। ਇਹ ਸੁਣ ਬਚਨ ਜੋਗੀਸਰਾਂ, ਮਾਰ ਕਿਲਕ ਬਹੁ ਰੂਏ ਉਠਾਈ।
ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਦ ਜੋਗੀਆਂ ਨੇ, ਜੋਗੀਆਂ ਦੇ ਜਿਹੜੇ ਈਸ਼ਰ ਭੰਗਰਨਾਥ ਇਤਿਆਦਿਕ, ਇਹਨਾਂ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਸੁਣੇ। ਜਦੋਂ ਮਹਾਰਾਜ ਨੇ ਕਿਹਾ ਤੁਹਾਡੀ ਮਾਂ ਕੁਚੱਜੀ ਹੈ, ਗੋਰਖਨਾਥ ਨੇ ਤੁਹਾਨੂੰ ਇਹੀ ਕੁਝ ਦੱਸਿਆ ਹੈ, ਜਾਂ ਤੁਹਾਡੀ ਬੁੱਧ ਜਿਹੜੀ ਹੈ ਉਹ ਕੁਚੱਜੀ ਹੈ। ਸੱਚੇ ਪਾਤਸ਼ਾਹ ਨੇ ਜਦੋਂ ਇਹਨਾਂ ਨੂੰ ਇਹ ਜਵਾਬ ਦਿੱਤਾ ਨਾ, ਗ੍ਰਸਤੀਆਂ ਨੂੰ ਤੁਸੀਂ ਨਿੰਦਦੇ ਹੋ, ਫਿਰ ਉਹਨਾਂ ਘਰ ਮੰਗਣ ਜਾਂਦੇ ਹੋ। ਜੋਗੀਆਂ ਨੇ ਸਤਿਗੁਰੂ ਦੇ ਇਹ ਜਦ ਬਚਨ ਸੁਣੇ ਤੇ ਫਿਰ ਬਹੁਤਾ ਗੁੱਸੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਭਰਮਾਉਣ ਦਾ ਯਤਨ ਕਰਦੇ ਨੇ। ਮਾਰ ਕਿਲਕ, ਐ ਕਿਲਕਾਰੀਆਂ ਮਾਰ ਕੇ, ਚੀਕਾਂ ਚਾਂਗਰਾਂ ਮਾਰਦੇ ਹੋਏ ਨਾ ਜੋਗੀ ਬਹੁ ਰੂਏ ਉਠਾਈ, ਬਹੁਤ ਜ਼ਿਆਦਾ ਗੁੱਸਾ ਇਹਨਾਂ ਨੇ ਆਪਣੇ ਮਨ ਵਿੱਚ ਪੈਦਾ ਕੀਤਾ। ਰੂਏ ਤੋਂ ਭਾਵ ਰੋਹ, ਗੁੱਸਾ ਮਨ ਵਿੱਚ ਪੈਦਾ ਕੀਤਾ। ਇਹਨਾਂ ਨੇ ਚਾਹਿਆ ਵੀ ਹੁਣ ਕੁਝ ਇਹੋ ਜਿਹੀਆਂ ਰਿੱਧੀਆਂ ਸਿੱਧੀਆਂ ਗੁਰੂ ਨਾਨਕ ਸਾਹਿਬ ਨੂੰ ਵਿਖਾਈਏ ਜਿਨ੍ਹਾਂ ਨੂੰ ਵੇਖ ਕੇ ਇਹ ਡਰ ਜਾਣ ਤੇ ਸਾਡੇ ਸਾਹਮਣੇ ਬੋਲਣ ਹੀ ਨਾ। ਅਥਵਾ ਰੂਏ ਦਾ ਅਰਥ ਵਿਦਵਾਨ ਸੱਜਣ ਰੂਹਾਂ ਵੀ ਕਰਦੇ ਹੈ। ਮਾਰ ਕਿਲਕ, ਕਿਲਕਾਰੀ ਮਾਰ ਕੇ, ਉੱਚੀ ਆਵਾਜ਼ਾਂ ਕਰਕੇ ਬਹੁਤ ਰੂਹਾਂ ਉਠਾਈਆਂ, ਭਾਵ ਕਈ ਰੂਪ ਜਿਹੜੇ ਸੀ ਇਹਨਾਂ ਜੋਗੀਆਂ ਨੇ ਧਾਰਨ ਕਰ ਲਏ। ਖਟ ਦਰਸ਼ਨ ਕਉ ਖੇਦਿਆ, ਕਲ ਜੁਗ ਨਾਨਕ ਬੇਦੀ ਆਈ। ਕਹਿੰਦੇ ਕਲਯੁਗ ਦੇ ਵਿੱਚ ਨਾਨਕ ਬੇਦੀ ਨੇ ਆ ਕੇ ਜਿਹੜੇ 6 ਦਰਸ਼ਨ ਨੇ ਨਾ, ਜੋਗੀ, ਜੰਗਮ, ਸਰੇਵੜੇ ਇਤਿਆਦਿ, ਇਹਨਾਂ ਸਾਰਿਆਂ ਦੀ ਨਖੇਦੀ ਕੀਤੀ ਹੈ। ਇਹ ਜਿਹੜੇ 6 ਦਰਸ਼ਨ ਨੇ, ਇਹਨਾਂ ਸਾਰਿਆਂ ਨੂੰ ਨਾਨਕ ਬੇਦੀ ਨੇ ਆ ਕਰਕੇ ਇਹ 6 ਦਰਸ਼ਨ ਜਿਹੜੇ ਨੇ, 6 ਪ੍ਰਚਲਿਤ ਜਿਹੜੇ ਇਹ ਧਰਮ ਨੇ, ਉਹ ਧਰਮ ਹੀ ਕਹਿੰਦੇ ਇਹਨੂੰ, ਕਹਿੰਦੇ ਨਿਖੇਧੀ ਕੀਤੀ ਹੈ ਇਹਨਾਂ ਨੇ ਇੱਥੇ ਆ ਕਰਕੇ। ਸਿੱਧ ਬੋਲਣ ਸਭ ਅਵਖਦੀਆਂ, ਤੰਤਰ ਮੰਤਰ ਕੀ ਧੁਨੋਂ ਚੜ੍ਹਾਈ। ਫਿਰ ਤੰਤਰ ਮੰਤਰਾਂ ਦੀਆਂ ਧੁਨੀਆਂ ਉੱਚੀ ਉੱਚੀ ਚੜ੍ਹਾਉਣ ਲੱਗ ਪਏ। ਉੱਚੀ ਆਵਾਜ਼ਾਂ ਦੇ ਵਿੱਚ ਤੰਤਰ ਮੰਤਰ ਇਹਨਾਂ ਦੀਆਂ ਗੱਲਾਂ ਕਰਨ ਲੱਗ ਪਏ, ਮੰਤਰ ਪੜ੍ਹਨ ਲੱਗ ਪਏ ਤੇ ਕਹਿੰਦੇ ਐ ਸਾਨੂੰ ਫਲਾਣੀ ਜੜੀ ਬੂਟੀ ਦਾ ਪਤਾ ਹੈ, ਉਹਦੇ ਨਾਲ ਅਸੀਂ ਸੋਨਾ ਬਣਾ ਲੈਂਦੇ ਹਾਂ, ਇਹ ਬੂਟੀ ਹੈ, ਉਹਦੇ ਨਾਲ ਆਹ ਚੀਜ਼ਾਂ ਉੱਤਮ ਧਾਤੂ ਬਣ ਜਾਂਦੀਆਂ ਨੇ। ਇਸ ਤਰ੍ਹਾਂ ਸਿੱਧ ਬੋਲਣ ਸਭ ਅਵਖਦੀਆਂ, ਜੜੀਆਂ ਬੂਟੀਆਂ ਔਸ਼ਧੀਆਂ ਬਾਰੇ ਬੋਲਣ ਲੱਗ ਪਏ ਵੀ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਜਿਹੜੀਆਂ ਲੋਹੇ ਤੋਂ ਸੋਨਾ ਬਣਾ ਦਿੰਦੀਆਂ ਨੇ, ਕੀਮਤੀ ਬਣਾ ਦਿੰਦੀਆਂ ਨੇ। ਇਉਂ ਤੰਤਰਾਂ ਮੰਤਰਾਂ ਦੀ ਧੁਨੀ ਉੱਚੀ ਉੱਚੀ ਕਰਨ ਲੱਗ ਪਏ। ਰੂਪ ਵਟਾਏ ਜੋਗੀਆਂ, ਸਿੰਘ ਬਾਗ ਬਹੁ ਚਲਤ ਦਿਖਾਈ। ਗੁਰੂ ਨਾਨਕ ਸਾਹਿਬ ਜੀ ਨੂੰ ਭਰਮਾਉਣ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੋਗੀਆਂ ਨੇ, ਰਿੱਧੀਆਂ ਸਿੱਧੀਆਂ ਦਾ ਬਲ ਕੋਲ ਸੀ, ਜੋਗੀਆਂ ਨੇ ਆਪਣੇ ਰੂਪ ਵਟਾ ਲਏ। ਸਿੰਘ ਬਾਗ ਬਹੁ ਚਲਤ ਦਿਖਾਈ, ਕੋਈ ਸ਼ੇਰ ਬਣ ਗਿਆ, ਕੋਈ ਬਘਿਆੜ ਬਣ ਗਿਆ। ਇਸ ਤਰ੍ਹਾਂ ਦੇ ਬਹੁਤ ਸਾਰੇ ਕੌਤਕ ਜੋਗੀਆਂ ਨੇ ਮਹਾਰਾਜ ਨੂੰ ਵਿਖਾਏ। ਜਿਹੜੇ ਉੱਥੇ ਲੋਕ ਸੀ ਸ਼ਿਵਰਾਤਰੀ ਦੇ ਮੇਲੇ 'ਤੇ ਇਕੱਤਰ ਹੋਏ, ਉਹ ਲੋਕ ਤਾਂ ਡਰਦੇ ਸੀ, ਪਰ ਸਾਰੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਹਨ। ਉਹ ਵੇਖਦੇ ਨੇ ਵੀ ਹੋ ਕੀ ਰਿਹਾ ਹੈ। ਕਦੀ ਇਹੋ ਜਿਹਾ ਅਸੀਂ ਤੱਕਿਆ ਨਹੀਂ, ਵੇਖਿਆ ਨਹੀਂ ਜੋ ਕੁਝ ਜੋਗੀ ਕਰ ਰਹੇ ਨੇ। ਸੋ ਜੋਗੀਆਂ ਨੇ ਰੂਪ ਵਟਾ ਲਏ, ਸ਼ੇਰ, ਬਘਿਆੜ, ਕਈ ਰੂਪ ਬਣਾ ਕੇ ਇਸ ਤਰ੍ਹਾਂ ਕੌਤਕ ਵਿਖਾਉਂਦੇ ਹੈ, ਜਾਂ ਇਉਂ ਕਹਿ ਲਓ ਵੀ ਸ਼ਕਤੀ ਪ੍ਰਦਰਸ਼ਨ ਕਰ ਰਹੇ ਹੈ ਵੀ ਸਾਡੇ 'ਚ ਆਹ ਤਾਕਤਾਂ ਨੇ, ਸਾਡੇ ਕੋਲ ਆ ਜਾਓ, ਸਾਡੀ ਸ਼ਰਨ ਵਿੱਚ ਰਹੋ, ਸਾਡੇ ਮਤ ਨੂੰ ਧਾਰਨ ਕਰ ਲਵੋ। ਸੋ ਇਹ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ। ਇੱਕ ਪਰ ਕਰਕੇ ਉੱਡਰਨ, ਪੰਖੀ ਜਿਵੈ ਰਹੇ ਲੀਲਾਈ। ਇੱਕ ਜੋਗੀ ਪਰ ਲਾ ਕੇ ਉੱਡਣ ਲੱਗ ਪਏ ਆਕਾਸ਼ ਦੇ ਵਿੱਚ।
ਪੰਖੀ ਜਿਵੇਂ ਰਹੇ ਲੀਲਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਪੰਛੀ ਆਕਾਸ਼ ਦੇ ਵਿੱਚ ਤਾਰੀਆਂ ਲਾਉਂਦਾ ਨਾ, ਆਕਾਸ਼ ਵਿੱਚ ਉੱਡਦਾ ਹੈ, ਇੱਦਾਂ ਖੰਭ ਲਾ ਕੇ ਉੱਡਣ ਲੱਗ ਪਏ। ਲੋਕ ਵੇਖਦੇ ਹੈਰਾਨ ਹੁੰਦੇ ਹੈ। ਗੁਰੂ ਨਾਨਕ ਸਾਹਿਬ ਜੀ ਚੁੱਪ-ਚਾਪ ਮਸਤ ਬੈਠੇ ਨੇ, ਇਉਂ ਬੈਠੇ ਨੇ ਜਿਵੇਂ ਕੁਝ ਹੋ ਹੀ ਨਹੀਂ ਰਿਹਾ, ਜਿਵੇਂ ਕੁਛ ਨਹੀਂ ਹੋ ਰਿਹਾ। ਸ਼ਾਂਤ ਹਨ ਸਤਿਗੁਰੂ ਜੀ, ਟਿਕੇ ਬੈਠੇ ਨੇ। ਮਹਾਰਾਜ ਸੋਚਦੇ ਨੇ ਵੀ ਇਹਨਾਂ ਨੂੰ ਕਰ ਲੈਣ ਦਿਓ ਜੋ ਕਰਦੇ ਹੈ, ਫਿਰ ਦੱਸਦੇ ਆ ਇਹਨਾਂ ਨੂੰ। ਸੋ ਖੰਭ ਲਾ ਕਰਕੇ ਨਾ ਇੱਕ ਉੱਡਣ ਲੱਗ ਪਏ, ਆਕਾਸ਼ ਵਿੱਚ ਤਾਰੀਆਂ ਲਾਉਣ ਲੱਗ ਪਏ। ਇੱਕ ਨਾਗ ਹੋਏ ਪੌਣ ਛੋੜਿਆ। ਸੋ ਇੱਥੇ ਪੌਣ ਛੋੜਿਆ ਪਾਠ ਸ਼ੁੱਧ ਹੈ। ਇੱਕ ਨਾਗ ਬਣ ਕੇ ਨਾ ਫੁੰਕਾਰੇ ਮਾਰਨ ਲੱਗ ਪਏ। ਜਿਵੇਂ ਨਾਗ ਫੁੰਕਾਰੇ ਮਾਰਦਾ ਨਾ, ਇਸ ਤਰ੍ਹਾਂ ਨਾ ਨਾਗ ਵਾਂਗ ਫੁੰਕਾਰੇ ਮਾਰਨ ਲੱਗ ਪਏ ਨਾਗ ਹੋ ਕਰਕੇ। ਇੱਕ ਨਾ ਵਰਖਾ ਅਗਨ ਵਸਾਈ। ਇੱਕ ਇਹਨਾਂ ਦੇ ਵਿੱਚੋਂ ਅੱਗ ਦੀ ਵਰਖਾ ਕਰਨ ਲੱਗ ਪਏ, ਅੱਗ ਦੀ ਬਰਸਾਤ ਹੋਣ ਲੱਗ ਪਈ। ਵੇਖਦੇ ਨੇ ਦੂਰ ਅੱਗ ਦੀ ਬਰਸਾਤ ਹੁੰਦੀ ਹੈ, ਭਰਮਾਉਂਦੇ ਨੇ, ਡਰਾਉਂਦੇ ਨੇ ਵੀ ਤੁਹਾਡੇ ਉੱਤੇ ਜੇ ਅੱਗ ਦੀ ਬਰਸਾਤ ਕਰ ਦਿੱਤੀ ਸੜ ਜਾਓਗੇ। ਯਤਨ ਕਰ ਰਹੇ ਨੇ। ਸੋ ਇਉਂ ਅਗਨੀ ਦੀ ਅੱਗ ਦੀ ਬਰਸਾਤ ਕਰ ਰਹੇ ਹੈ। ਤਾਰੇ ਤੋੜੇ ਭੰਗਰ ਨਾਥ, ਇੱਕ ਚੜ ਮਿਰਗਾਨੀ ਜਲ ਤਰ ਜਾਈ। ਤਾਰੇ ਤੋੜੇ ਭੰਗਰ ਨਾਥ। ਭੰਗਰ ਨਾਥ ਕਹਿੰਦਾ ਮੈਂ ਤਾਰੇ ਤੋੜ ਕੇ ਲਿਆ ਸਕਦਾ। ਅਸਲ ਦੇ ਵਿੱਚ ਇਹ ਮਾਇਕੀ ਰਚਨਾ ਕਰਨੀ ਵੀ ਜਾਣਦੇ ਸੀ ਸਿੱਧ ਜੋਗੀ। ਉਹ ਮਾਇਕੀ ਰਚਨਾ ਕਰਕੇ ਉਹੋ ਜਿਹੀ ਰਚਨਾ ਉਹ ਵੇਖਣ ਵਾਲੇ ਨੂੰ ਇਉਂ ਲੱਗਦਾ ਸੀ ਇਹ ਸੱਚੀ ਮੁੱਚੀ ਦੇ ਤਾਰੇ ਨੇ। ਕਿਉਂਕਿ ਜਦ ਅਸੀਂ ਪੜ੍ਹਦੇ ਹਾਂ, ਸਾਇੰਸ ਨੂੰ ਵੀ ਪੜ੍ਹਦੇ ਹਾਂ, ਪਤਾ ਨਹੀਂ ਕਿੰਨੇ ਕਰੋੜ ਮੀਲ ਦੂਰ ਨੇ ਤਾਰੇ, ਧਰਤੀ ਤੋਂ ਕਈ ਗੁਣਾ ਵੱਡੇ ਨੇ, ਕਈ ਉੱਤੇ ਹੀ ਖਤਮ ਹੋ ਚੁੱਕੇ ਨੇ। ਤਾਰੇ ਉਹ ਖਤਮ ਹੋ ਚੁੱਕੇ ਨੇ, ਪਰ ਅਜੇ ਤੱਕ ਉਹਨਾਂ ਦਾ ਪ੍ਰਕਾਸ਼ ਧਰਤੀ 'ਤੇ ਨਹੀਂ ਪਹੁੰਚਿਆ। ਮਾਇਕੀ ਰਚਨਾ ਕਰ ਲੈਂਦੇ ਸੀ ਆਕਾਸ਼ ਵਿੱਚ ਥੋੜ੍ਹੀ ਦੂਰੀ 'ਤੇ, ਉਹ ਮਾਇਕੀ ਰਚਨਾ ਤਾਰਿਆਂ ਦੀ ਬਣਾ ਲੈਣੀ। ਭੰਗਰਨਾਥ ਕਹਿੰਦਾ ਮੈਂ ਤਾਰੇ ਤੋੜ ਕੇ ਲਿਆਉਂਦਾ ਹਾਂ। ਲੋਕ ਉਹਦੇ ਭਰਮ ਵਿੱਚ ਪੈ ਜਾਂਦੇ ਸੀ ਵੀ ਸੱਚੀ ਭੰਗਰਨਾਥ ਨੇ ਤਾਰੇ ਤੋੜ ਲਿਆਂਦੇ ਨੇ। ਤੋ ਮਾਇਕੀ ਰਚਨਾ ਕਰਕੇ ਉਹ ਤਾਰੇ ਜਿਹੜੇ ਸੀ ਭੰਗਰਨਾਥ ਨੇ ਤੋੜੇ। ਤਾਰੇ ਤੋੜੇ ਭੰਗਰਨਾਥ, ਇੱਕ ਚੜ੍ਹ ਮਿਰਗਾਨੀ ਜਲ ਤਰ ਜਾਈ। ਅਤੇ ਇੱਕ ਇਹਨਾਂ ਵਿੱਚੋਂ ਮ੍ਰਿਗਸ਼ਾਲਾ ਜਿਹੜੀ ਹਿਰਨ ਦੀ ਖੱਲ ਦੀ ਬਣੀ ਹੁੰਦੀ ਹੈ, ਮਿਰਗਾਨੀ ਦੇ ਉੱਤੇ ਚੜ੍ਹ ਕੇ ਨਾ ਚੌਂਕੜਾ ਲਾ ਕੇ ਬਹਿ ਗਏ। ਉਹ ਪਾਣੀ ਦੇ ਉੱਤੇ ਤਰਦੀ ਹੈ, ਚੌਂਕੜਾ ਲਾ ਕੇ ਬੈਠੇ ਹੋਏ ਨੇ। ਲੋਕ ਵੇਖ ਰਹੇ ਨੇ, ਹੈਰਾਨ ਹਨ ਸਾਰੇ ਲੋਕ। ਸਿੱਧਾਂ ਅਗਨ ਨਾ ਬੁਝੈ ਬੁਝਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਿੱਧ ਜਿਹੜੇ ਨੇ ਨਾ, ਇਹਨਾਂ ਦੇ ਅੰਦਰ ਈਰਖਾ ਦੀ ਅੱਗ ਹੈ, ਹਉਮੈ ਦੀ ਅੱਗ ਹੈ ਇਹਨਾਂ ਸਿੱਧਾਂ ਦੇ ਅੰਦਰ। ਇਹ ਮੱਠੀ ਨਹੀਂ ਹੋ ਰਹੀ। ਇਹ ਈਰਖਾ ਦੀ ਅਗਨੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਨਾਲ ਈਰਖਾ ਕਰਦੇ ਨੇ। ਜੋਗੀਆਂ ਦੇ ਅੰਦਰ ਜਿਹੜੀ ਈਰਖਾ ਅਤੇ ਹਉਮੈ ਦੀ ਅੱਗ ਹੈ ਇਹ ਬੁਝੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਇਹ ਰਿੱਧੀਆਂ ਸਿੱਧੀਆਂ ਵਿਖਾ ਕਰਕੇ ਅਤੇ ਸੱਚੇ ਪਾਤਸ਼ਾਹ ਨੂੰ ਭਰਮਾਉਣਾ ਚਾਹੁੰਦੇ ਹੈ। ਕਰਾਮਾਤਾਂ ਨੂੰ ਇਹ ਵੱਡੀ ਗੱਲ ਸਮਝਦੇ ਹੈ। ਮਹਾਰਾਜ ਨੇ ਇਹਨਾਂ ਨੂੰ ਸਿੱਖਿਆ ਦੇਣੀ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਅਡੋਲ ਬੈਠੇ ਰਹੇ, ਦੇਖਦੇ ਨੇ, ਇਹਨਾਂ ਸਿੱਧਾਂ ਜੋਗੀਆਂ ਨੇ ਮਨ ਵਿੱਚ ਸੋਚਿਆ, ਕਹਿੰਦੇ ਇਹਨਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਪਿਆ। ਫਿਰ ਮਹਾਰਾਜ ਕੋਲ ਆਏ ਨੇ। ਸਿੱਧ ਬੋਲਣ ਸੁਣ ਨਾਨਕਾ, ਤੋਹੇ ਜਾਗਨੋ ਕਰਾਮਾਤ ਦਿਖਾਈ। ਮਹਾਰਾਜ ਕੋਲ ਆ ਕਰਕੇ ਸਿੱਧ ਕਹਿਣ ਲੱਗੇ, ਐ ਨਾਨਕ ਸੁਣ, ਤੁਸੀਂ ਜਗਤ ਨੂੰ
करामात दिखाई है। असीं सुनिया है तुसीं मक्के गए सी, मक्का तुहाडे चरनां नाल घुम्मिया सी। होर बहुत सारियां गल्लां असीं तुहाडीਆਂ सुन चुके हाँ। ਸਾਡੇ ਨਾਲ ਪਹਿਲਾਂ ਵੀ ਤੁਹਾਡੀਆਂ ਚਰਚਾਵਾਂ ਹੋ ਚੁੱਕੀਆਂ ਨੇ। ਤੁਸੀਂ ਜਗ ਨੂੰ ਕਰਾਮਾਤ ਵਿਖਾਈ ਹੈ। ਸੋ ਇੱਥੇ ਇਸੇ ਤਰ੍ਹਾਂ ਜਿਹੜੇ ਵਿਦਿਆਰਥੀ ਨੇ ਉਹ ਧਿਆਨ ਦੇਣ, ਤੋਹੇ ਜਗ ਨੂੰ ਕਰਾਮਾਤ ਦਿਖਾਈ। ਕਈਆਂ ਥਾਵਾਂ 'ਤੇ ਵਿੱਚ ਸ਼ਬਦ ਕਿਆ ਆ ਜਾਂਦਾ ਹੈ, ਤੋਹੇ ਜਗ ਨੂੰ ਕਿਆ ਕਰਾਮਾਤ ਦਿਖਾਈ, ਪਰ ਮੂਲ ਰੂਪ ਵਿੱਚ ਇਸੇ ਤਰ੍ਹਾਂ ਇਹ ਪਾਠ ਹੈ, ਤੋਹੇ ਜਗ ਨੂੰ ਕਰਾਮਾਤ ਦਿਖਾਈ। ਤੁਸੀਂ ਜਗਤ ਨੂੰ ਕਰਾਮਾਤ ਵਿਖਾਈ ਹੈ। ਕੁਝ ਵਿਖਾਲੇ ਅਸਾਨੋ, ਤੋਹੇ ਕਿਉਂ ਢਿੱਲ ਅਵੇਹੀ ਲਾਈ। ਸਿੱਧ ਜੋਗੀ ਕਹਿੰਦੇ ਮਹਾਰਾਜ ਕੁਝ ਕਰਾਮਾਤ ਸਾਨੂੰ ਵੀ ਵਿਖਾਓ। ਉਹ ਚਾਹੁੰਦੇ ਸੀ ਵੀ ਜਿਵੇਂ ਅਸੀਂ ਮਹਾਰਾਜ ਨੂੰ ਇਹ ਸਾਰਾ ਕੁਝ ਹੁਣੇ ਦਿਖਾਇਆ, ਸਾਨੂੰ ਵੀ ਦਿਖਾਉਣ। ਕੋਈ ਉੱਡ ਰਿਹਾ ਹੈ, ਕੋਈ ਪਾਣੀ 'ਤੇ ਉੱਤੇ ਤਰ ਰਿਹਾ ਹੈ, ਮ੍ਰਿਗਸ਼ਾਲਾ 'ਤੇ ਬੈਠਾ ਹੋਇਆ, ਕੋਈ ਸੱਪ ਬਣ ਕੇ ਫੁੰਕਾਰੇ ਮਾਰ ਰਿਹਾ ਹੈ, ਕੋਈ ਅੱਗ ਦੀ ਵਰਖਾ ਕਰ ਰਿਹਾ ਹੈ। ਕਹਿੰਦੇ ਮਹਾਰਾਜ ਤੁਸੀਂ ਜਗਤ ਨੂੰ ਕਰਾਮਾਤ ਵਿਖਾਈ ਹੈ, ਕੁਝ ਸਾਨੂੰ ਵੀ ਵਿਖਾ ਦਿਓ। ਢਿੱਲ ਕਿਉਂ ਲਾਈ ਹੈ, ਦੇਰੀ ਕਿਉਂ ਲਾਈ ਹੈ, ਛੇਤੀ ਕਰੋ। ਬਾਬਾ ਬੋਲੇ ਨਾਥ ਜੀ ਅਸ ਵੇਖਣ ਜੋਗੀ ਵਸਤ ਨ ਕਾਈ। ਗੁਰੂ ਨਾਨਕ ਸਾਹਿਬ ਗੁਰੂ ਬਾਬਾ ਜੀ ਬਚਨ ਬੋਲੇ, ਕਹਿੰਦੇ ਐ ਨਾਥ ਜੀ, ਐ ਜੋਗੀਓ, ਇਹੋ ਜੀ ਤਾਂ ਵੇਖਣ ਵਾਲੀ ਕੋਈ ਵਸਤੂ ਹੀ ਨਹੀਂ ਹੈ। ਮਹਾਰਾਜ ਕਹਿੰਦੇ ਐ ਨਾਥ, ਐ ਜੋਗੀ, ਸੁਣੋ ਸੱਚ ਤਾਂ ਇਹ ਹੈ ਵੀ ਕੋਈ ਇਹੋ ਜਿਹੀ ਵਸਤੂ ਵੇਖਣ ਵਾਲੀ ਨਹੀਂ ਹੈ। ਜੋ ਕੁਝ ਤੁਸੀਂ ਵਿਖਾ ਰਹੇ ਹੋ ਨਾ, ਇਹ ਸਭ ਕੁਝ ਤੁੱਛ ਹੈ, ਇਹ ਤਾਂ ਕੁਛ ਵੀ ਨਹੀਂ ਹੈ। ਮਹਾਰਾਜ ਕਹਿੰਦੇ ਅਸੀਂ ਇਹਨਾਂ ਚੀਜ਼ਾਂ 'ਚ ਨਹੀਂ ਪੈਂਦੇ। ਤੁਸੀਂ ਕਹਿੰਦੇ ਵਿਖਾਓ, ਮਹਾਰਾਜ ਕਹਿੰਦੇ ਇਹੋ ਜਿਹੀ ਤਾਂ ਕੋਈ ਵੇਖਣ ਜੋਗੀ ਵਸਤੂ ਹੈ ਹੀ ਨਹੀਂ। ਇੰਨਾ ਕੁਝ ਤਾਂ ਤੁਸੀਂ ਆਪੇ ਹੀ ਸਾਰਾ ਕੁਝ ਜਾਣਦੇ ਹੋ। ਗੁਰੂ ਸਾਹਿਬ ਨੇ ਕੀ ਜਵਾਬ ਦਿੱਤਾ? ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਪਾਤਸ਼ਾਹ ਜੀ ਕਹਿੰਦੇ ਐ ਸਿੱਧੋ ਜੋਗੀਓ, ਗੁਰੂ ਦੀ ਸੰਗਤ ਤੇ ਪਰਮੇਸ਼ਰ ਦੀ ਰੱਬੀ ਬਾਣੀ ਤੋਂ ਬਿਨਾ ਰਾਈ ਜਿੰਨਾ ਵੀ ਕੋਈ ਹੋਰ ਦੂਜਾ ਓਟ ਆਸਰਾ ਸਾਨੂੰ ਨਹੀਂ ਹੈ। ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਤੁਸੀਂ ਵਿਖਾਉਂਦੇ ਹੋ ਨਾ, ਸੰਸਾਰ ਦੇ ਲੋਕਾਂ ਨੂੰ ਭਰਮਾ ਲੈਂਦੇ ਹੋ। ਲੋਕ ਡਰ ਜਾਂਦੇ ਨੇ, ਤੁਹਾਡੇ ਅੱਗੇ ਝੁਕਦੇ ਨੇ। ਮਹਾਰਾਜ ਕਹਿੰਦੇ ਅਸੀਂ ਇਹਨਾਂ ਚੀਜ਼ਾਂ ਵਿੱਚ ਨਹੀਂ ਪੈਂਦੇ। ਸੱਚੇ ਪਾਤਸ਼ਾਹ ਨੇ ਕਿੰਨੀ ਵੱਡੀ ਗੱਲ ਕਹੀ, ਗੁਰੂ ਦੀ ਸੰਗਤ ਤੇ ਬਾਣੀ ਤੋਂ ਬਿਨਾਂ ਰਾਈ ਜਿੰਨਾ ਵੀ ਹੋਰ ਕੋਈ ਆਸਰਾ ਨਹੀਂ ਹੈ। ਜਦ ਸਤਿਗੁਰੂ ਇਹ ਗੱਲ ਬੋਲ ਕੇ ਕਹਿ ਰਹੇ ਨੇ ਤੇ ਸਿੱਖ ਗੁਰੂ ਦੀ ਸੰਗਤ ਤੇ ਬਾਣੀ ਤੋਂ ਕਿਵੇਂ ਦੂਰ ਜਾ ਸਕਦਾ ਹੈ? ਸਿੱਖ ਨੂੰ ਗੁਰਬਾਣੀ ਦਾ ਆਸਰਾ ਹੈ, ਗੁਰੂ ਦੀ ਸੰਗਤ ਦਾ ਆਸਰਾ ਹੈ। ਸਤਿਗੁਰਾਂ ਦੀ ਸੰਗਤ ਇਹ ਐਸਾ ਕਿਲ੍ਹਾ ਹੈ ਜਿੱਥੇ ਵਿਸ਼ੇ ਵਿਕਾਰਾਂ ਦੇ ਚੋਰ ਪਹੁੰਚਦੇ ਨਹੀਂ ਹਨ। ਇਸ ਕਿਲ੍ਹੇ ਦੇ ਵਿੱਚ ਸੁਰੱਖਿਅਤ ਹੋ ਜਾਈਦਾ ਹੈ, ਜੀਵਨ ਲੁੱਟਿਆ ਨਹੀਂ ਜਾਂਦਾ। ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਥਾਂ ਥਾਂ 'ਤੇ ਸਾਨੂੰ ਇਹ ਸਮਝਾਇਆ ਹੈ, ਜਿਹੜੇ ਵਿਸ਼ੇ ਵਿਕਾਰ ਨੇ, 5 ਵਿਕਾਰ, ਇਹ ਬੰਦੇ ਤੈਨੂੰ ਲੁੱਟ ਰਹੇ ਨੇ। ਇਸ ਦੇਹੀ ਅੰਦਰ ਪੰਚ ਚੋਰ ਵਸਹਿ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟਹਿ ਮਨ ਮੁਖ ਨਹੀਂ ਬੂਝਹਿ, ਕੋਈ ਨਾ ਸੁਣੈ ਪੁਕਾਰਾ। ਅੰਮ੍ਰਿਤ ਗੁਣਾਂ ਨੂੰ ਲੁੱਟਦੇ ਨੇ, ਪਰ ਬੰਦਾ ਇਸ ਗੱਲ ਨੂੰ ਸਮਝਦਾ ਨਹੀਂ ਹੈ। ਮਹਾਰਾਜ ਕਹਿੰਦੇ ਇਸ ਸੰਗਤ ਰੂਪੀ ਗੁਰੂ ਦੀ ਸੰਗਤ ਜਿਹੜੀ ਹੈ, ਇਸ ਕਿਲ੍ਹੇ ਦੇ ਵਿੱਚ ਆ ਜਾਏਗਾ ਨਾ, ਫਿਰ ਲੁੱਟਣ ਤੋਂ ਤੂੰ ਬਚ ਜਾਵੇਂਗਾ, ਆਪਣਾ ਆਪ ਲੁਟਾਉਣ ਤੋਂ ਬਚ ਜਾਵੇਂਗਾ। ਮਹਾਰਾਜ ਕਹਿੰਦੇ ਸਿੱਧ ਜੋਗੀਓ, ਗੁਰੂ ਦੀ ਸੰਗਤ ਤੇ ਬਾਣੀ ਤੋਂ ਬਿਨਾਂ ਹੋਰ ਕੋਈ ਓਟ ਆਸਰਾ ਰਾਈ ਦੇ ਦਾਣੇ ਜਿੰਨਾ ਵੀ ਨਹੀਂ ਹੈ। ਸਿਵ ਰੂਪੀ ਕਰਤਾ ਪੁਰਖ, ਚੱਲੇ ਨਾਹੀ ਧਰਤ ਚਲਾਈ। ਸਿਵ ਰੂਪੀ ਕਰਤਾ ਪੁਰਖ, ਕਰਤਾ ਪੁਰਖ ਪਰਮਾਤਮਾ ਕਲਿਆਣ ਸਰੂਪ ਹੈ।
ਉਹ ਮੁਕਤੀ ਦੇਣ ਵਾਲਾ ਹੈ, ਬੰਧਨਾਂ ਤੋਂ ਮੁਕਤ ਕਰਦਾ ਹੈ, ਉਹਦੀ ਸ਼ਰਨ ਗ੍ਰਹਿਣ ਕਰੋ। ਰਿੱਧੀਆਂ ਸਿੱਧੀਆਂ ਇਹਨਾਂ ਕਰਾਮਾਤਾਂ ਵਿੱਚ ਪੈ ਕੇ ਤੁਸੀਂ ਬੰਧਨਾਂ 'ਚ ਬੱਝ ਗਏ ਹੋ, ਇਹਨਾਂ ਵਿੱਚ ਹੀ ਬੱਝੇ ਰਹਿ ਜਾਓਗੇ। ਮਹਾਰਾਜ ਕਹਿੰਦੇ ਕਰਤਾ ਪੁਰਖ ਪਰਮਾਤਮਾ ਕਲਿਆਣ ਸਰੂਪ ਹੈ, ਉਹ ਬੰਧਨਾਂ ਤੋਂ ਮੁਕਤ ਕਰਦਾ ਹੈ। ਚੱਲੇ ਨਾ ਹੀ ਧਰਤ ਚਲਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਿੱਧਾਂ ਨੇ ਬੜਾ ਯਤਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ ਭਰਮਾਉਣ ਦਾ, ਇਹ ਡੋਲ ਜਾਣਗੇ, ਪਰ ਸੱਚੇ ਪਾਤਸ਼ਾਹ ਜੀ ਜਿਵੇਂ ਧਰਤੀ ਕਿਸੇ ਦੀ ਚਲਾਈ ਚੱਲਦੀ ਨਹੀਂ, ਕਿਸੇ ਦੀ ਹਿਲਾਈ ਹਿੱਲਦੀ ਨਹੀਂ। ਜੇ ਕੋਈ ਬੰਦਾ ਕਵੇ ਨਾ ਮੈਂ ਧਰਤੀ ਨੂੰ ਧੱਕ ਦੇਵਾਂ, ਹਿਲਾ ਦੇਵਾਂ, ਨਹੀਂ, ਇਹ ਤਾਂ ਪ੍ਰਮਾਤਮਾ ਹੈ ਜੋ ਇਸ ਨੂੰ ਚਲਾ ਰਿਹਾ ਹੈ। ਦਿਨ ਰਾਤਾਂ ਉਹਨੇ ਬਣਾਈਆਂ ਨੇ। ਜਿਹੜਾ ਹਿੱਸਾ ਧਰਤੀ ਦਾ ਸੂਰਜ ਦੇ ਸਾਹਮਣੇ ਆ ਜਾਂਦਾ, ਦਿਨ ਚੜ੍ਹ ਜਾਂਦਾ ਹੈ, ਦੂਜੇ ਪਾਸੇ ਚਲੇ ਜਾਂਦਾ, ਰਾਤ ਹੋ ਜਾਂਦੀ ਹੈ। ਬੰਦੇ ਦਾ ਕੀ ਜ਼ੋਰ ਹੈ? ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਅਡੋਲ ਰਹੇ ਧਰਤੀ ਵਾਂਗ। ਯਤਨ ਇਹਨਾਂ ਨੇ ਬੜਾ ਕੀਤਾ, ਪਰ ਸਤਿਗੁਰੂ ਨੂੰ ਕਿੱਥੇ ਡੁਲਾ ਸਕਦੇ ਸੀ। ਸਿੱਧ ਤੰਤਰ ਮੰਤਰ ਕਰ ਝੜ ਪਏ, ਸ਼ਬਦ ਗੁਰੂ ਕੇ ਕਲਾ ਛਪਾਈ। ਇਹ ਜਿੰਨੇ ਵੀ ਸਿੱਧ ਨੇ ਸਾਰੇ ਤੰਤਰ ਮੰਤਰ ਕਰਕੇ ਹਾਰ ਗਏ। ਝੜ ਪਏ ਨਾ ਮਤਲਬ ਹਾਰ ਗਏ ਮਹਾਰਾਜ ਦੇ ਸਾਹਮਣੇ। ਸੱਚੇ ਪਾਤਸ਼ਾਹ ਦੇ ਸਾਹਮਣੇ ਇਹਨਾਂ ਦੀ ਇੱਕ ਨਾ ਚੱਲੀ। ਸ਼ਬਦ ਗੁਰੂ ਕੇ ਕਲਾ ਛਪਾਈ, ਤੇ ਸਤਿਗੁਰੂ ਦੇ ਸ਼ਬਦ ਨੇ ਇਹਨਾਂ ਦੀ ਸਾਰੀ ਜਿਹੜੀ ਕਲਾ ਸੀ, ਸ਼ਕਤੀ ਸੀ, ਉਹ ਅਲੋਪ ਹੀ ਕਰ ਦਿੱਤੀ। ਜਦੋਂ ਇਹਨਾਂ ਨੇ ਸ਼ਕਤੀਆਂ ਵਿਖਾਈਆਂ ਸੀ ਨਾ, ਪਹਿਲਾਂ ਸ਼ਕਤੀਆਂ ਵਿਖਾਈਆਂ, ਫਿਰ ਮਹਾਰਾਜ ਨੇ ਸਾਰੀਆਂ ਸ਼ਕਤੀਆਂ ਖੋਹ ਲਈਆਂ, ਖਾਲੀ ਕਰ ਦਿੱਤੇ। ਫਿਰ ਇਹ ਰੋਣ, ਸੱਚੇ ਪਾਤਸ਼ਾਹ ਤੁਸੀਂ ਇਹ ਕੀ ਕੀਤਾ? ਫਿਰ ਮਹਾਰਾਜ ਨੇ ਵਾਪਸ ਕਰ ਦਿੱਤੀਆਂ ਸੀ। ਬੜੇ ਰਿੱਧੀਆਂ ਸਿੱਧੀਆਂ ਦੇ ਮਾਲਕ ਸੀ, ਪਰ ਮਨ ਅਜੇ ਵੀ ਇਹਨਾਂ ਦੇ ਸ਼ਾਂਤ ਨਹੀਂ ਸੀ। ਇੱਕ ਵਾਰ ਨਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਜੋਗੀ ਕਹਿੰਦੇ, ਮਹਾਰਾਜ ਚਲੋ ਆਪਾਂ ਲੁਕਣ ਮੀਚੀ ਖੇਡੀਏ। ਕਹਿੰਦੇ ਅਸੀਂ ਲੁਕਦੇ ਹਾਂ ਅਤੇ ਤੁਸੀਂ ਸਾਨੂੰ ਲੱਭਿਓ। ਜਿਵੇਂ ਭਾਈ ਸਾਹਿਬ ਜੀ ਇੱਥੇ ਕਹਿੰਦੇ ਵੀ ਰੂਪ ਵਟਾ ਲਏ, ਕੋਈ ਰੂਪ ਬਣ ਗਿਆ, ਕਦੀ ਕੋਈ ਰੂਪ ਬਣ ਗਿਆ। ਇਹਨਾਂ ਵੱਖ-ਵੱਖ ਰੂਪ ਧਾਰ ਕੇ ਲੁਕ ਗਏ, ਛਿਪ ਗਏ। ਕੋਈ ਡੱਡੂ ਬਣ ਕੇ ਜ਼ਮੀਨ ਵਿੱਚ ਲੁਕ ਗਿਆ, ਕੋਈ ਪੰਛੀ ਬਣ ਕੇ ਆਕਾਸ਼ ਵਿੱਚ ਚਲਿਆ ਗਿਆ, ਕੋਈ ਮੱਛ ਬਣ ਕੇ ਨਦੀ ਸਮੁੰਦਰ 'ਚ ਚਲਿਆ ਗਿਆ। ਸੱਚੇ ਪਾਤਸ਼ਾਹ ਅੰਤਰਜਾਮੀ ਆਪ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਰਿਆਂ ਨੂੰ ਕੰਨੋਂ ਫੜ ਫੜ ਲਿਆਏ। ਮਹਾਰਾਜ ਕਹਿੰਦੇ ਚਲੋ, ਸਾਰੇ ਇਕੱਠੇ ਕਰ ਦਿੱਤੇ। ਹਾਰ ਗਏ ਸਤਿਗੁਰੂ ਦੇ ਸਾਹਮਣੇ। ਫਿਰ ਮਹਾਰਾਜ ਕਹਿੰਦੇ ਵੀ ਚਲੋ ਹੁਣ ਅਸੀਂ ਛੁਪਦੇ ਹਾਂ, ਤੁਸੀਂ ਲੱਭਿਓ। ਅਤੇ ਮਹਾਰਾਜ ਨੇ ਨਾਲ ਹੀ ਇਹਨਾਂ ਨੂੰ ਇਹ ਕਿਹਾ ਸੀ ਵੀ ਜੇ ਅਸੀਂ ਨਾ ਲੱਭੀਏ, ਮਿਲੀਏ ਨਾ, ਤਾਂ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਿਓ, ਅਸੀਂ ਹਾਜ਼ਰ ਹੋ ਜਾਵਾਂਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤੱਤਾਂ ਵਿੱਚ ਤੱਤ ਲੀਨ ਕਰ ਲਏ। ਪੰਜਾਂ ਤੱਤਾਂ ਦੇ ਇਸ ਸਰੀਰ ਨੂੰ ਵੱਖਰਾ ਕਰ ਲਿਆ ਮਹਾਰਾਜ ਨੇ। ਅਗਨੀ ਦਾ ਤੱਤ ਅਗਨੀ ਵਿੱਚ, ਪਾਣੀ ਦਾ ਤੱਤ ਪਾਣੀ ਵਿੱਚ, ਜਿਹੜੀ ਇਹ ਧਰਤੀ ਸੀ ਮਿੱਟੀ, ਉਹ ਮਿੱਟੀ ਵਿੱਚ, ਆਕਾਸ਼ ਆਕਾਸ਼ ਵਿੱਚ। ਸੋ ਇਹ ਪੰਜੇ ਤੱਤ ਜਿਹੜੇ ਤੱਤਾਂ 'ਚ ਲੀਨ ਕਰ ਲਏ। ਲੱਭਦੇ ਰਹੇ ਸਿੱਧ ਜੋਗੀ, ਬੜਾ ਯਤਨ ਕੀਤਾ ਪਰ ਮਹਾਰਾਜ ਲੱਭੇ ਨਹੀਂ। ਅਖੀਰ ਫਿਰ ਜਿਹੜਾ ਤਰੀਕਾ ਸਤਿਗੁਰੂ ਨੇ ਦੱਸਿਆ ਸੀ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਇਹਨਾਂ ਅਰਦਾਸ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਹਾਜ਼ਰ ਹੋਵੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਹਾਜ਼ਰ ਹੋਏ। ਸਿੱਧਾਂ ਨੇ ਮਹਾਰਾਜ ਦੇ ਚਰਨਾਂ 'ਤੇ ਫਿਰ ਮੱਥਾ ਟੇਕਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਯਤਨ ਬੜੇ ਕੀਤੇ ਨੇ ਸਿੱਧਾਂ ਨੇ। ਸਿੱਧ ਤੰਤਰ ਮੰਤਰ ਕਰ ਝੜ ਪਏ, ਸ਼ਬਦ ਗੁਰੂ ਕੇ ਕਲਾ ਛਪਾਈ। ਤੰਤਰ ਮੰਤਰ ਕਰਕੇ ਹਾਰ ਗਏ। ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਇਹਨਾਂ ਦੀ ਸ਼ਕਤੀ, ਕਲਾ ਹੀ ਅਲੋਪ ਕਰ ਦਿੱਤੀ। ਦੱਦੇ ਦਾਤਾ ਗੁਰੂ ਹੈ, ਕੱਕੇ ਕੀਮਤ ਕਿਨੇ ਨਾ ਪਾਈ। ਸੱਚੇ ਪਾਤਸ਼ਾਹ ਨੇ ਸਿੱਧਾਂ ਜੋਗੀਆਂ ਨੂੰ ਸਮਝਾਇਆ। ਦੱਦੇ ਅੱਖਰ ਤੋਂ ਕਹਿੰਦੇ ਦਾਤਾ ਇੱਕ ਪਰਮੇਸ਼ਰ ਹੈ। ਦੱਦੇ ਦਾਤਾ ਗੁਰੂ ਹੈ, ਗੁਰੂ ਹੀ ਸਾਰੀਆਂ ਦਾਤਾਂ ਨੂੰ ਦੇਣ ਵਾਲਾ ਹੈ।
ਕੱਕੇ ਕੀਮਤ ਕਿਨੇ ਨਾ ਪਾਈ। ਕੱਕਾ ਅੱਖਰ ਇਹ ਕਹਿੰਦਾ ਹੈ ਉਹਦੀ ਕੀਮਤ ਕਿਸੇ ਨੇ ਨਹੀਂ ਪਾਈ। ਦੱਦਾ ਅਤੇ ਕੱਕਾ ਅੱਖਰ ਵਰਤਣ ਤੋਂ ਭਾਵ ਇੱਥੇ ਹੈ, ਇਹ ਜਿਹੜੇ ਜੋਗੀ ਸੀ ਨਾ, ਇਹ ਦੱਦੇ ਤੋਂ ਦੀਨ, ਜਿਹੜਾ ਇਹਨਾਂ ਦਾ ਮਤ ਸੀ ਉਹਨੂੰ ਹੀ ਦੀਨ ਸਮਝਦੇ ਅਤੇ ਰਿੱਧੀਆਂ ਸਿੱਧੀਆਂ ਵਿੱਚ ਫਸੇ ਹੋਏ ਇਹੀ ਸਭ ਕੁਝ ਹੈ, ਇਹ ਸਮਝਦੇ ਸੀ। ਅਤੇ ਕੱਕਾ ਇਹ ਕਰਾਮਾਤਾਂ ਨੂੰ ਸਭ ਕੁਝ ਸਮਝਦੇ ਸੀ। ਮਹਾਰਾਜ ਨੇ ਕਿਹਾ ਦੱਦਾ ਜਿਹੜਾ ਦਾਤਾ ਹੈ ਉਹ ਇੱਕੋ ਹੀ ਗੁਰੂ ਹੈ, ਗੁਰੂ ਪਰਮੇਸ਼ਰ ਦਾ ਸਰੂਪ ਹੈ, ਅਤੇ ਕੱਕਾ ਉਹਦੀ ਕੀਮਤ ਅੱਜ ਤੱਕ ਕਿਸੇ ਨੇ ਨਹੀਂ ਪਾਈ ਪਰਮੇਸ਼ਰ ਦੀ। ਸੋ ਦੀਨ ਨਾਨਕ ਸਤਿਗੁਰ ਸਰਣਾਈ। ਸੋ ਅਖੀਰ ਵਿੱਚ ਇਹ ਜਿਹੜੇ ਸਿੱਧ ਸੀ ਨਾ, ਨਿੰਮੋ ਝੂਣੇ ਹੋ ਕਰਕੇ, ਦੀਨ ਹੋ ਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਪੈ ਗਏ। ਮਹਾਰਾਜ ਨੇ ਸਮਝਾਇਆ, ਇਹ ਨਾਟਕ ਚੇਟਕ ਛੱਡੋ, ਇਹ ਰਿੱਧੀਆਂ ਸਿੱਧੀਆਂ ਨੂੰ ਛੱਡ ਕੇ ਪਰਮੇਸ਼ਰ ਦਾ ਨਾਮ ਜਪੋ, ਤੁਹਾਡੇ ਮਨ ਨੂੰ ਸ਼ਾਂਤੀ ਆਵੇਗੀ। ਇਉਂ ਅਚਲ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਨੇ ਸਿੱਧਾਂ ਦੇ ਨਾਲ ਇਹ ਗੋਸ਼ਟੀ ਕੀਤੀ ਹੈ। ਭਾਈ ਗੁਰਦਾਸ ਜੀ ਅਗਲੀ ਪੌੜੀ ਵਿੱਚ ਫਰਮਾਉਂਦੇ ਹੈ, ਬਾਬਾ ਬੋਲੇ ਨਾਥ ਜੀ ਸ਼ਬਦ ਸੁਨਹੁ ਸੱਚ ਮੁਖਹੁ ਅਲਾਈ। ਅਖੀਰ ਦੇ ਵਿੱਚ ਸਿੱਧਾਂ ਨੇ ਸੱਚੇ ਪਾਤਸ਼ਾਹ ਜੀ ਤੋਂ ਹੱਥ ਜੋੜ ਕੇ ਖਿਮਾ ਮੰਗੀ ਅਤੇ ਨਾਲੇ ਕਹਿਣ ਲੱਗੇ, ਮਹਾਰਾਜ ਕੀ ਕਰੀਏ? ਸਾਰੀ ਦੁਨੀਆ ਨੂੰ ਉਪਦੇਸ਼ ਦਿੰਦੇ ਹੋ, ਦੱਸੋ ਅਸੀਂ ਕੀ ਕਰੀਏ? ਬਾਬਾ ਬੋਲੇ ਨਾਥ ਜੀ, ਗੁਰੂ ਬਾਬਾ ਜੀ ਬਚਨ ਬੋਲੇ। ਮਹਾਰਾਜ ਕਹਿੰਦੇ, ਐ ਨਾਥ ਜੀ, ਐ ਨਾਥੋ ਜੋਗੀਓ, ਸ਼ਬਦ ਸੁਨਹੁ ਸੱਚ ਮੁਖਹੁ ਅਲਾਈ। ਮਹਾਰਾਜ ਕਹਿੰਦੇ, ਮੈਂ ਸੱਚ ਆਪਣੇ ਮੁਖ ਤੋਂ ਕਹਿੰਦਾ ਹਾਂ, ਤੁਸੀਂ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਸੁਣਿਆ ਕਰੋ। ਅਥਵਾ ਸ਼ਬਦ ਸੁਨਹੁ ਸੱਚ ਮੁਖਹੁ ਅਲਾਈ, ਗੁਰੂ ਦਾ ਸ਼ਬਦ ਸੁਣੋ ਅਤੇ ਸੱਚੇ ਨਾਮ ਨੂੰ ਆਪਣੇ ਮੁਖ ਤੋਂ ਜਪੋ। ਨਾਮ ਦੇ ਵਿੱਚ ਸਾਰੀਆਂ ਬਰਕਤਾਂ ਨੇ, ਭਟਕਦੇ ਹੋਏ ਮਨ ਟਿਕਣਗੇ, ਸ਼ਾਂਤ ਹੋ ਜਾਣਗੇ। ਬਾਜੋ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਾਹੀ। ਤੁਸੀਂ ਸਾਨੂੰ ਪੁੱਛਦੇ ਸੀ ਨਾ, ਕਰਾਮਾਤ ਤੁਸੀਂ ਸੰਸਾਰ ਨੂੰ ਵਿਖਾਈ, ਸਾਨੂੰ ਵਿਖਾਓ। ਮਹਾਰਾਜ ਕਹਿੰਦੇ, ਦੱਸਦੇ ਹਾਂ। ਉਹ ਕਰਾਮਾਤ ਸਾਡੇ ਕੋਲ ਕੀ ਹੈ? ਕਰਾਮਾਤ ਹੈ ਪਰਮਾਤਮਾ ਦੇ ਸੱਚੇ ਨਾਮ ਦੀ। ਬਾਝੋ ਸੱਚੇ ਨਾਮ ਦੇ, ਪਰਮਾਤਮਾ ਦੇ ਸੱਚੇ ਨਾਮ ਤੋਂ ਬਿਨਾਂ ਹੋਰ ਕੋਈ ਕਰਾਮਾਤ ਸਾਡੇ ਕੋਲ ਨਹੀਂ ਹੈ। ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ, ਮਨ ਟਿਕ ਜਾਣਾ, ਸ਼ਾਂਤ ਹੋ ਜਾਣਾ, ਇਹ ਸਭ ਤੋਂ ਵੱਡੀ ਕਰਾਮਾਤ ਹੈ। ਤੁਹਾਡੇ ਕੋਲ ਕਿੰਨਾ ਕੁਝ ਹੈ, ਰੂਪ ਵਟਾ ਲੈਂਦੇ ਹੋ, ਮਾਇਕ ਰਚਨਾ ਕਰ ਲੈਂਦੇ ਹੋ, ਪਰ ਮਨ ਤਾਂ ਤੁਹਾਡੇ ਅਜੇ ਵੀ ਨਹੀਂ ਸ਼ਾਂਤ। ਮਹਾਰਾਜ ਕਹਿੰਦੇ, ਨਾਮ ਤੋਂ ਬਿਨਾਂ ਹੋਰ ਕੋਈ ਕਰਾਮਾਤ ਨਹੀਂ ਹੈ। ਪਰਮੇਸ਼ਰ ਦਾ ਨਾਮ ਸਭ ਤੋਂ ਵੱਡੀ ਕਰਾਮਾਤ ਹੈ। ਬਸਤਰ ਪਹਿਰੋ ਅਗਨ ਕੈ, ਬਰਫ ਹਿਮਾਲੇ ਮੰਦਰ ਛਾਈ। ਜੇ ਸਿੱਧੋ ਤੁਸੀਂ ਕਰਾਮਾਤ ਦੀ ਗੱਲ ਕਰਦੇ ਹੋ ਨਾ, ਫਿਰ ਸੁਣੋ, ਜੇ ਅਸੀਂ ਚਾਹੀਏ ਗਰਮੀ ਦੇ ਮੌਸਮ ਦੇ ਵਿੱਚ ਅਗਨੀ ਦੇ ਬਸਤਰ ਆਪਣੇ ਤਨ 'ਤੇ ਪਾ ਸਕਦੇ ਹਾਂ। ਗਰਮੀ ਹੋਵੇ ਪੂਰੀ, ਤਨ 'ਤੇ ਅਸੀਂ ਅੱਗ ਦੇ ਬਸਤਰ ਪਾ ਲਈਏ ਜੇ ਚਾਹੀਏ। ਬਰਫ ਹਿਮਾਲੇ ਮੰਦਰ ਛਾਈ, ਜੇ ਅਸੀਂ ਚਾਹੀਏ ਤਾਂ ਸਰਦੀਆਂ ਦੇ ਦਿਨਾਂ ਵਿੱਚ, ਸਿਆਲ ਵਿੱਚ ਹਿਮਾਲੇ ਪਹਾੜ 'ਤੇ ਜਾ ਕਰਕੇ ਬਰਫ ਦਾ ਮੰਦਰ ਘਰ ਬਣਾ ਕੇ ਉਹਦੇ ਵਿੱਚ ਰਹਿਣ ਲੱਗ ਪਈਏ। ਜੇ ਅਸੀਂ ਚਾਹੀਏ, ਸਾਡੇ ਕੋਲ ਇਹ ਕੁਝ ਹੈ, ਅਸੀਂ ਕਰ ਸਕਦੇ ਹਾਂ। ਕਰੋ ਰਸੋਈ ਸਾਰ ਕੀ, ਸਗਲੀ ਧਰਤੀ ਨੱਥ ਚਲਾਈ। ਜੇ ਅਸੀਂ ਚਾਹੀਏ ਲੋਹੇ ਦੀ ਰਸੋਈ ਤਿਆਰ ਕਰ ਲਈਏ। ਤੁਸੀਂ ਤਾਂ ਦੂਜੇ ਖਾਣੇ ਖਾਂਦੇ ਹੋ ਨਾ, ਸਬਜ਼ੀਆਂ ਦਾਲਾਂ, ਮਹਾਰਾਜ ਕਹਿੰਦੇ ਲੋਹਾ ਪਿਘਲਾ ਕੇ ਖਾ ਜਾਈਏ। ਜੇ ਅਸੀਂ ਚਾਹੀਏ, ਇੰਨੀ ਸ਼ਕਤੀ ਹੈ। ਸਗਲੀ ਧਰਤੀ ਨੱਥ ਚਲਾਈ, ਜੇ ਚਾਹੀਏ ਸਾਰੀ ਧਰਤੀ ਨੂੰ ਨੱਥ ਕੇ ਚਲਾ ਲਈਏ। ਜਿਵੇਂ ਗਾਂ ਮੱਝ ਨੱਥ ਕੇ ਚਲਾ ਲਈਦੀ ਨਾ, ਆਪਣੇ ਅੱਗੇ ਲਾ ਲਈਦੀ, ਹੱਕ ਲਈਦੀ ਹੈ। ਮਹਾਰਾਜ ਕਹਿੰਦੇ ਇਉਂ ਧਰਤੀ ਨੂੰ ਅੱਗੇ ਹੱਕ ਸਕਦੇ ਹਾਂ, ਤੋਰ ਸਕਦੇ ਹਾਂ। ਏ ਵਡ ਕਰੀ ਵਿਥਾਰ ਕਉ, ਸਗਲੀ ਧਰਤੀ ਹੱਕੀ ਜਾਈ।
ਜੇ ਅਸੀਂ ਚਾਹੀਏ ਏਡਾ ਵੱਡਾ ਵਿਸਥਾਰ ਕਰ ਲਈਏ ਆਪਣੇ ਸਰੀਰ ਦਾ, ਏਡੇ ਵੱਡੇ ਬਣ ਜਾਈਏ, ਇਹ ਸਾਰੀ ਧਰਤੀ ਨੂੰ ਅਸੀਂ ਧੱਕਾ ਲਾ ਕੇ ਅੱਗੇ ਅੱਗੇ ਹੱਕ ਲਈਏ, ਇਹਨੂੰ ਇੱਕ ਥਾਂ ਤੋਂ ਦੂਜੇ ਥਾਂ 'ਤੇ ਕਰ ਸਕਦੇ ਹਾਂ। ਏਡੀ ਵੱਡੀ ਸ਼ਕਤੀ, ਏਡੀ ਤਾਕਤ ਹੈ, ਮਾਲਕ ਨੇ ਬਖਸ਼ਿਸ਼ ਕੀਤੀ। ਤੋਲੀ ਧਰਤ ਆਕਾਸ ਦੋਏ, ਪਿੱਛੇ ਛਾਬੇ ਟੰਕ ਚੜ੍ਹਾਈ। ਧਰਤੀ ਅਤੇ ਆਕਾਸ਼ ਦੋਵੇਂ ਜੇ ਅਸੀਂ ਚਾਹੀਏ ਤੱਕੜੀ ਦੇ ਪਿਛਲੇ ਛਾਬੇ ਦੇ ਵਿੱਚ ਇੱਕ 4 ਮਾਸੇ ਦਾ ਵੱਟਾ ਪਾ ਕੇ ਤੋਲ ਦਈਏ। ਭਾਵ ਪਰਮਾਤਮਾ ਦੀ ਇਹ ਜਿਹੜੀ ਸਾਜੀ ਹੋਈ ਕੁਦਰਤ ਹੈ, ਪਰਮਾਤਮਾ ਦੇ ਸਾਹਮਣੇ ਤਾਂ ਕੁਛ ਵੀ ਨਹੀਂ ਹੈ। ਇਹ ਸਾਰੀ ਜਿਹੜੀ ਧਰਤੀ ਉਹਦੇ ਸਾਹਮਣੇ ਤਾਂ ਇਹ 4 ਮਾਸੇ ਦਾ ਵੱਟਾ ਹੀ ਹੈ, ਵਾਹਿਗੁਰੂ ਪਰਮੇਸ਼ਰ ਦੇ ਸਾਹਮਣੇ। ਤੁਸੀਂ ਕਿੱਥੇ ਫਿਰਦੇ ਹੋ? ਛੋਟੀਆਂ ਛੋਟੀਆਂ ਰਿੱਧੀਆਂ ਸਿੱਧੀਆਂ ਦੇ ਵਿੱਚ ਅਟਕੇ ਪਏ ਹੋ। ਕਦੇ ਵੇਖੋ ਕਿੱਡਾ ਵੱਡਾ ਮਾਲਕ ਹੈ। ਜਿਹੜੀ ਆ ਰਚਨਾ ਉਹਨੇ ਕੀਤੀ ਹੈ ਨਾ ਧਰਤੀ, ਉਹਦੇ ਸਾਹਮਣੇ ਤੇ 4 ਮਾਸੇ ਦਾ ਵੱਟਾ ਹੈ। ਤੇ ਕਰਾਮਾਤ ਦੀ ਗੱਲ ਕਰਦੇ ਹੋ, ਜੇ ਅਸੀਂ ਚਾਹੀਏ ਤੱਕੜੀ ਦੇ ਪਿਛਲੇ ਛਾਬੇ ਦੇ ਵਿੱਚ ਓਅੰਕਾਰ ਰੂਪੀ 4 ਮਾਸੇ ਦਾ ਟੰਕ ਪਾ ਕੇ, ਵੱਟਾ ਪਾ ਕੇ ਧਰਤੀ ਤੇ ਆਕਾਸ਼ ਇਹਨਾਂ ਨੂੰ ਤੋਲ ਦਈਏ। ਇਹ ਬਲ ਰੱਖਾਂ ਆਪ ਵਿੱਚ, ਜਿਸ ਆਖਾਂ ਤਿਸ ਪਾਸ ਕਰਾਈ। ਐ ਸਿੱਧੋ ਜੋਗੀਓ, ਇਹ ਬਲ ਆਪਣੇ ਆਪ ਵਿੱਚ ਮੈਂ ਰੱਖਦਾ ਹਾਂ, ਏਡੀ ਵੱਡੀ ਤਾਕਤ। ਜਿੰਨਾ ਕੁਝ ਤੁਹਾਨੂੰ ਆ ਦੱਸਿਆ ਨਾ, ਅੱਗ ਦੇ ਬਸਤਰ ਪਾ ਲਈਏ, ਹਿਮਾਲੇ 'ਤੇ ਮੰਦਰ ਬਣਾ ਕੇ, ਘਰ ਬਣਾ ਕੇ ਰਹਿਣ ਲੱਗ ਪਈਏ, ਲੋਹੇ ਦੀ ਰਸੋਈ ਤਿਆਰ ਕਰ ਲਈਏ, ਧਰਤੀ ਨੂੰ ਅੱਗੇ ਨੱਥ ਕੇ ਚਲਾ ਲਈਏ, ਸਰੀਰ ਦਾ ਆਕਾਰ ਵੱਡਾ ਕਰ ਲੈਣਾ, ਧਰਤੀ ਆਕਾਸ਼ ਨੂੰ ਤੋਲ ਦੇਣਾ। ਮਹਾਰਾਜ ਕਹਿੰਦੇ ਬਲ ਰੱਖਦਾ ਹਾਂ ਆਪਣੇ ਆਪ ਵਿੱਚ। ਇੰਨੀ ਤਾਕਤ ਹੈ, ਪਰ ਅਸੀਂ ਵਿਖਾਉਂਦੇ ਨਹੀਂ। ਤੁਸੀਂ ਆ ਰਿੱਧੀਆਂ ਸਿੱਧੀਆਂ ਵਿਖਾ ਕੇ ਲੋਕਾਂ ਨੂੰ ਭਰਮਾਉਂਦੇ ਅਤੇ ਡਰਾਉਂਦੇ ਹੋ। ਇਹ ਬਲ ਰੱਖਾਂ ਆਪ ਵਿੱਚ, ਜਿਸ ਆਖਾਂ ਤਿਸ ਪਾਸ ਕਰਾਈ। ਅਤੇ ਜਿਹਨੂੰ ਮੈਂ ਕਹਿ ਦੇਵਾਂ ਉਹਦੇ ਪਾਸੋਂ ਵੀ ਮਹਾਰਾਜ ਕਹਿੰਦੇ ਕਰਵਾ ਸਕਦਾ ਹਾਂ। ਆਪ ਵੀ ਇਹ ਸਭ ਕੁਝ ਕਰ ਸਕਦੇ ਹਾਂ ਅਤੇ ਸੇਵਕ ਦੇ ਕੋਲੋਂ ਵੀ ਇਹ ਕੁਝ ਅਸੀਂ ਕਰਵਾ ਸਕਦੇ ਹਾਂ। ਪਰ ਸੁਣੋ, ਸਤਿਨਾਮ ਬਿਨ ਬਾਦਰ ਛਾਈ। ਪਰਮਾਤਮਾ ਦੇ ਸੱਚੇ ਨਾਮ ਤੋਂ ਬਿਨਾਂ ਇਹ ਜਿੰਨਾ ਕੁਝ ਦੱਸਿਆ ਨਾ ਤੁਹਾਨੂੰ, ਆਹ ਕੁਝ ਕਰ ਲਈਏ, ਮਹਾਰਾਜ ਕਹਿੰਦੇ ਪਰਮੇਸ਼ਰ ਦੇ ਸੱਚੇ ਨਾਮ ਤੋਂ ਬਿਨਾਂ ਇਹ ਸਾਰਾ ਕੁਝ ਬੱਦਲਾਂ ਦੀ ਛਾਂ ਵਾਂਗ ਵਿਅਰਥ ਹੈ। ਪਰਮਾਤਮਾ ਦੇ ਸੱਚੇ ਨਾਮ ਦੇ ਸਾਹਮਣੇ ਤੇ ਕੁਝ ਵੀ ਨਹੀਂ ਹੈ। ਜਿਵੇਂ ਬੱਦਲਾਂ ਦੀ ਛਾਂ ਇੱਧਰੋਂ ਆਈ ਤੇ ਉੱਧਰ ਗਈ, ਉਹ ਟਿਕਦੀ ਨਹੀਂ ਨਾ ਇੱਕ ਥਾਂ 'ਤੇ। ਝਾਟੀ ਇੱਕ ਥਾਂ ਤੋਂ ਦੂਜੇ ਥਾਂ 'ਤੇ ਚਲੀ ਜਾਂਦੀ ਹੈ। ਮਹਾਰਾਜ ਕਹਿੰਦੇ ਇਹ ਸ਼ਕਤੀਆਂ, ਇਹ ਤਾਕਤਾਂ ਪਰਮੇਸ਼ਰ ਦੇ ਨਾਮ ਦੇ ਸਾਹਮਣੇ ਸਾਰੀਆਂ ਖਿੰਨ ਹਨ, ਖਿੰਨ ਭੰਗਰ ਹਨ, ਸਾਰੀਆਂ ਖਤਮ ਹੋ ਜਾਣ ਵਾਲੀਆਂ ਨੇ। ਇਹ ਸਦਾ ਰਹਿਣ ਵਾਲੀਆਂ ਨਹੀਂ। ਬੱਦਲਾਂ ਦੀ ਛਾਂ ਵਾਂਗ ਸਦਾ ਰਹਿਣ ਵਾਲਾ ਇੱਕੋ ਹੀ ਪਰਮੇਸ਼ਰ ਦਾ ਨਾਮ ਹੈ, ਜਿਹੜਾ ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਅੱਗੇ ਵੀ ਹੋਵੇਗਾ। ਉਹ ਪਰਮਾਤਮਾ ਆਪ ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ ਹੈ। ਮਹਾਰਾਜ ਕਹਿੰਦੇ ਉਹਨੂੰ ਚੇਤੇ ਕਰੋ, ਉਹਦੇ ਸੱਚੇ ਨਾਮ ਨੂੰ ਜਪਣਾ ਕਰੋ। ਇਉਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਦੇ ਨਾਲ ਇਹ ਗੋਸ਼ਟੀ ਕੀਤੀ ਹੈ। ਸੋ ਅੱਗੇ ਭਾਈ ਗੁਰਦਾਸ ਜੀ ਹੁਣ ਅਗਲੀ ਪੌੜੀ ਵਿੱਚ ਫਰਮਾਉਂਦੇ ਹੈ, ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਗੁਰੂ ਬਾਬਾ ਜੀ ਨੇ ਸਿੱਧਾਂ ਦੇ ਨਾਲ ਗੋਸ਼ਟੀ ਕੀਤੀ ਅਤੇ ਗੁਰੂ ਸਾਹਿਬ ਜੀ ਤੋਂ ਸ਼ਬਦ ਸੁਣ ਕੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਿੱਧਾਂ ਦੇ ਵਿੱਚ ਸ਼ਾਂਤੀ ਆ ਗਈ। ਇਹਨਾਂ ਦੇ ਮਨ ਸ਼ਾਂਤ ਹੋ ਗਏ, ਇਹਨਾਂ ਦੇ ਮਨ ਟਿਕ ਗਏ। ਸਾਰਿਆਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ, ਮੱਥਾ ਟੇਕਿਆ। ਮਹਾਰਾਜ ਤੁਸੀਂ ਕਿਰਪਾ ਕੀਤੀ ਹੈ, ਆਪਣੇ ਸ਼ਬਦ ਦੇ ਨਾਲ ਸਾਡੇ ਸੜਦੇ ਹੋਏ ਮਨ ਜਿਹੜੇ ਈਰਖਾ ਦੀ ਅਗਨੀ ਵਿੱਚ ਸੜ ਰਹੇ ਸੀ, ਮਹਾਰਾਜ ਉਹ ਅਗਨੀ ਤੁਸੀਂ ਦੂਰ ਕਰ ਦਿੱਤੀ ਹੈ। ਹੁਣ ਸਾਡੇ ਮਨ ਨੂੰ ਸ਼ਾਂਤੀ ਆਈ ਹੈ। ਸੋ ਮਨ ਇਹਨਾਂ ਦੇ ਸ਼ਾਂਤ ਹੋ ਗਏ। ਜਿਣ ਮੇਲਾ ਸਿਵਰਾਤ ਦਾ, ਖਟ ਦਰਸ਼ਨ ਆਦੇਸ ਕਰਾਈ। ਸੋ ਇਹ ਅਚਲ ਦੀ ਧਰਤੀ 'ਤੇ ਸ਼ਿਵਰਾਤਰੀ ਦੇ ਮੇਲੇ 'ਤੇ ਮਹਾਰਾਜ ਨੇ ਇਹ ਮੇਲਾ ਜਿੱਤ ਲਿਆ। ਸਿੱਧ ਜਿਹੜੇ ਸੀ ਹਾਰ ਗਏ ਸ਼ਕਤੀਆਂ ਵਿਖਾ ਵਿਖਾ ਕੇ,
ਖਟ ਦਰਸ਼ਨ ਆਦੇਸ਼ ਕਰਾਈ। ਸੱਚੇ ਪਾਤਸ਼ਾਹ ਨੇ 6 ਦਰਸ਼ਨਾਂ ਤੋਂ, ਜੋਗੀਆਂ, ਜੰਗਮਾਂ ਇਤਿਆਦਿਕ ਤੋਂ ਨਮਸਕਾਰ ਕਰਵਾਈ ਹੈ। ਸਾਰਿਆਂ ਨੇ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕ ਦਿੱਤਾ। ਸਿੱਧ ਬੋਲਨ ਸੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ। ਸਾਰੇ ਸਿੱਧਾਂ ਨੇ ਹੱਥ ਜੋੜ ਲਏ, ਸਿਰ ਝੁਕਾ ਲਿਆ ਤੇ ਮਹਾਰਾਜ ਦੇ ਸਾਹਮਣੇ ਸ਼ੁਭ ਬੋਲ ਬੋਲਣ ਲੱਗ ਪਏ। ਕੀ ਕਹਿੰਦੇ ਨੇ? ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਤੁਹਾਡੀ ਕਮਾਈ ਘਾਲਣਾ ਬੜੀ ਵੱਡੀ ਹੈ। ਇੰਨਾ ਕੁਝ ਹੁੰਦਿਆਂ ਹੋਇਆਂ ਵੀ, ਇੰਨੀ ਤਾਕਤ ਹੁੰਦਿਆਂ ਵੀ ਇੰਨੇ ਸ਼ਾਂਤ, ਇੰਨੇ ਟਿਕੇ ਹੋਏ। ਮਹਾਰਾਜ ਸਾਡੇ ਕੋਲ ਤਾਂ ਥੋੜ੍ਹੀਆਂ ਥੋੜ੍ਹੀਆਂ ਸ਼ਕਤੀਆਂ ਸੀ, ਤਾਂ ਵੀ ਅਸੀਂ ਉਛਲ ਰਹੇ ਸੀ। ਔਰ ਇਹ ਹੁੰਦਾ, ਅਸੀਂ ਵੇਖਦੇ ਹਾਂ ਸੰਸਾਰ ਵਿੱਚ ਬੰਦੇ ਕੋਲ ਜਦੋਂ ਥੋੜ੍ਹੀ ਜਿਹੀ ਤਾਕਤ ਆ ਜਾਵੇ ਨਾ, ਭਾਵੇਂ ਰਾਜਨੀਤਿਕ ਤਾਕਤ ਆ ਜਾਵੇ, ਸਰੀਰਕ ਬਲ ਆ ਜਾਵੇ, ਜਾਂ ਉਹਦਾ ਬੁੱਧੀ ਦਾ ਬਲ ਹੀ ਹੋਵੇ, ਉਹ ਬੰਦਾ ਉਛਲ ਜਾਂਦਾ ਹੈ। ਮੇਰੇ ਵਰਗਾ ਕੋਈ ਨਹੀਂ। ਔਰ ਇਹ ਹਉਮੈ, ਇਹ ਹੰਕਾਰ ਬੰਦੇ ਨੂੰ ਮਾਰ ਦਿੰਦਾ ਹੈ, ਨਿਮਾਣਾ ਨਹੀਂ ਹੁੰਦਾ ਉਹ। ਮਹਾਰਾਜ ਨੂੰ ਕਹਿੰਦੇ, ਮਹਾਰਾਜ ਧੰਨ ਨਾਨਕ ਤੇਰੀ ਵੱਡੀ ਕਮਾਈ, ਤੁਹਾਡੀ ਕਮਾਈ ਬੜੀ ਵੱਡੀ ਹੈ। ਸੱਚੇ ਪਾਤਸ਼ਾਹ, ਤੁਹਾਡੀ ਕਰਨੀ, ਤੁਹਾਡੀ ਮਿਹਨਤ ਬਹੁਤ ਵੱਡੀ ਹੈ। ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਸਾਰੇ ਸਿੱਧ ਜੋਗੀ ਕਹਿੰਦੇ, ਮਹਾਰਾਜ ਹੁਣ ਸਾਡੇ ਮਨ ਵਿੱਚ ਇਹ ਨਿਸ਼ਚਾ ਹੋ ਗਿਆ ਹੈ ਕਿ ਵੱਡਾ ਪੁਰਖ ਪਰਮੇਸ਼ਰ ਜੋ ਹੈ ਨਾ, ਉਸੇ ਦਾ ਸਰੂਪ ਤੁਸੀਂ ਪ੍ਰਗਟ ਹੋਏ ਹੋ। ਆਪ ਅਕਾਲ ਪੁਰਖ ਪ੍ਰਗਟ ਹੋਏ ਹੋ। ਕਲਯੁਗ ਅੰਦਰ ਜੋਤ ਜਗਾਈ। ਤੁਸੀਂ ਇੱਥੇ ਕਲਯੁਗ ਦੇ ਵਿੱਚ ਆ ਕੇ ਮਹਾਰਾਜ ਨਾਮ ਦੀ ਜੋਤ ਜਗਾਈ ਹੈ। ਪਰਮੇਸ਼ਰ ਦੇ ਸੱਚੇ ਨਾਮ ਦੀ ਜੋਤ ਜਗਾ ਦਿੱਤੀ ਹੈ। ਮੇਲਿਓਂ ਬਾਬਾ ਉੱਠਿਆ, ਮੁਲਤਾਨੇ ਦੀ ਜਾਰਤ ਜਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਅਚਲ ਬਟਾਲੇ ਦੀ ਧਰਤੀ 'ਤੇ ਸ਼ਿਵਰਾਤਰੀ ਦੇ ਮੇਲੇ 'ਤੇ ਜੋ ਸਿੱਧਾਂ ਨਾਲ ਗੋਸ਼ਟੀ ਹੋਈ, ਉਸ ਨੂੰ ਜਿੱਤ ਕੇ, ਸਿੱਧਾਂ ਨੂੰ ਸ਼ਬਦ ਰਾਹੀਂ ਸ਼ਾਂਤੀ ਬਖਸ਼ ਕੇ ਮੇਲਿਓਂ ਬਾਬਾ ਉੱਠਿਆ। ਧੰਨ ਗੁਰੂ ਨਾਨਕ ਸਾਹਿਬ ਜੀ ਇੱਥੋਂ ਮੇਲੇ ਤੋਂ ਉੱਠੇ, ਮੁਲਤਾਨੇ ਦੀ ਜਾਰਤ ਜਾਈ। ਸਤਿਗੁਰੂ ਮੁਲਤਾਨ ਦੀ ਯਾਤਰਾ 'ਤੇ ਚਲੇ ਗਏ, ਕਿਉਂਕਿ ਮੁਲਤਾਨ ਜਿਹੜਾ ਨਾ, ਉਹ ਪੀਰਾਂ ਦਾ ਗੜ੍ਹ ਸੀ। ਬਹੁਤ ਜ਼ਿਆਦਾ ਇੱਥੇ ਪੀਰ ਫਕੀਰ ਰਹਿੰਦੇ ਸੀ। ਲੋਕ ਪੀਰਾਂ ਫਕੀਰਾਂ ਨੂੰ ਮੰਨਦੇ ਸੀ। ਇਹ ਵੀ ਰਿੱਧੀਆਂ ਸਿੱਧੀਆਂ ਵਿੱਚ ਪਏ ਹੋਏ ਸਨ। ਸੱਚੇ ਪਾਤਸ਼ਾਹ ਨੇ ਚਾਹਿਆ ਵੀ ਇਹਨਾਂ ਨੂੰ ਵੀ ਸ਼ਬਦ ਦੀ ਬਰਕਤ ਦੱਸੀਏ, ਨਾਮ ਜਪੋ, ਮਨ ਸ਼ਾਂਤ ਹੋਣਗੇ। ਸੋ ਸ਼ਿਵਰਾਤਰੀ ਦੇ ਮੇਲੇ ਨੂੰ ਜਿਣ ਕੇ ਜਿੱਤ ਕੇ ਮੁਲਤਾਨ ਦੀ ਯਾਤਰਾ 'ਤੇ ਗੁਰੂ ਨਾਨਕ ਸਾਹਿਬ ਜੀ ਚਲੇ ਗਏ। ਅੱਗੋਂ ਪੀਰ ਮੁਲਤਾਨ ਦੇ, ਦੁੱਧ ਕਟੋਰਾ ਭਰ ਲੈ ਆਈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਮੁਲਤਾਨ ਗਏ ਹੈ, ਮੁਲਤਾਨ ਦੇ ਪੀਰਾਂ ਨੂੰ ਜਦ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਆ ਰਹੇ ਨੇ, ਪਤਾ ਸੀ ਉਹਨਾਂ ਨੂੰ, ਮੱਕੇ ਗਏ ਨੇ, ਹੋਰ ਥਾਵਾਂ 'ਤੇ ਗਏ ਨੇ, ਸਾਰੇ ਇਹਨਾਂ ਦੇ ਚਰਨਾਂ 'ਤੇ ਝੁਕੇ ਨੇ, ਕੋਈ ਇਹਨਾਂ ਨੂੰ ਜਿੱਤ ਨਹੀਂ ਸਕਿਆ, ਦਿਗ ਵਿਜੈ ਕੀਤੀ ਹੈ ਇਹਨਾਂ ਨੇ। ਉਹ ਮੁਲਤਾਨ ਦੇ ਪੀਰ ਕਹਿੰਦੇ ਵੀ ਇੱਥੇ ਤਾਂ ਅੱਗੇ ਹੀ ਬਥੇਰੇ ਪੀਰ ਨੇ, ਜੇ ਇਹ ਇੱਥੇ ਆ ਗਏ ਤਾਂ ਸਾਨੂੰ ਕਿਸੇ ਨੇ ਨਹੀਂ ਪੁੱਛਣਾ। ਅੱਗੋਂ ਪੀਰ ਮੁਲਤਾਨ ਦੇ, ਜਦੋਂ ਸੱਚੇ ਪਾਤਸ਼ਾਹ ਮੁਲਤਾਨ ਪੁੱਜੇ ਹੈ, ਇੱਕ ਥਾਂ 'ਤੇ ਬੈਠੇ ਹੈ, ਤਾਂ ਸਾਰੇ ਮੁਲਤਾਨ ਦੇ ਪੀਰਾਂ ਨੇ ਸਲਾਹ ਕਰਕੇ ਦੁੱਧ ਕਟੋਰਾ ਭਰ ਲੈ ਆਈ। ਇੱਕ ਕਟੋਰਾ, ਇੱਕ ਛੰਨਾ ਦੁੱਧ ਦਾ ਉੱਤੋਂ ਤੱਕ ਭਰ ਕੇ ਮਹਾਰਾਜ ਦੇ ਕੋਲ ਲੈ ਕੇ ਆਏ। ਉਹ ਛਕਾਉਣ ਵਾਸਤੇ ਨਹੀਂ ਲੈ ਕੇ ਆਏ ਵੀ ਇਹ ਛਕੋ, ਉੱਤੋਂ ਤੱਕ ਕਟੋਰਾ ਦੁੱਧ ਦਾ ਭਰਿਆ ਹੋਇਆ ਸੀ, ਮਹਾਰਾਜ ਦੇ ਅੱਗੇ ਕਰ ਦਿੱਤਾ। ਉਹ ਇਹ ਦੱਸਣਾ ਸੀ ਵੀ ਮਹਾਰਾਜ ਇੱਥੇ ਤਾਂ ਪਹਿਲਾਂ ਹੀ ਮੁਲਤਾਨ ਪੀਰਾਂ ਨਾਲ ਭਰਿਆ ਹੋਇਆ ਹੈ, ਤੁਸੀਂ ਇੱਥੇ ਨਾ ਹੀ ਆਓ ਤੇ ਚੰਗੀ ਗੱਲ ਹੈ, ਇੱਥੇ ਨਾ ਟਿਕੋ, ਤੁਸੀਂ ਇੱਥੋਂ ਕਿਤੇ ਹੋਰ ਚਲੇ ਜਾਓ। ਇੱਥੇ ਤੇ ਪਹਿਲਾਂ ਹੀ ਇੰਨੇ ਪੀਰ ਫਕੀਰ ਨੇ, 10 ਬੰਦੇ ਕਿਸੇ ਪੀਰ ਨੂੰ ਮੰਨਦੇ ਨੇ, 10 ਕਿਸੇ ਨੂੰ, ਟੋਲੀਆਂ ਬਣਾ ਕੇ ਤੁਰੇ ਫਿਰਦੇ ਹੈ। ਦੁੱਧ ਦਾ ਕਟੋਰਾ ਅੱਗੇ ਭਰ ਕੇ ਕੀਤਾ ਵੀ ਇੱਥੇ ਥਾਂ ਨਹੀਂ ਹੈ, ਤੁਹਾਡੀ ਸਮਾਈ ਨਹੀਂ ਹੋ ਸਕਦੀ। ਜਦੋਂ ਮਹਾਰਾਜ ਦੇ ਅੱਗੇ ਉਹ ਮੁਲਤਾਨ ਦੇ ਪੀਰਾਂ ਨੇ ਦੁੱਧ ਦਾ ਛੰਨਾ ਭਰ ਕੇ ਕੀਤਾ, ਗੁਰੂ ਬਾਬਾ ਜੀ ਨੇ ਫਿਰ ਕੀ ਕੀਤਾ?
ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ। ਗੁਰੂ ਬਾਬਾ ਜੀ ਨੇ ਕੱਛ ਦੇ ਵਿੱਚੋਂ ਇੱਕ ਚੰਬੇਲੀ ਦਾ ਫੁੱਲ ਪਹਿਲਾਂ ਹੀ ਮਹਾਰਾਜ ਨੇ ਸਾਂਭਿਆ ਸੀ ਵੀ ਨਾ ਇੱਦਾਂ ਕਰਨਾ ਹੈ। ਮਹਾਰਾਜ ਉੱਥੋਂ ਹੀ ਚੰਬੇਲੀ ਦਾ ਫੁੱਲ ਪਹਿਲਾਂ ਹੀ ਲੈ ਕੇ ਆਏ ਸੀ। ਬਾਬੇ ਕੱਢ ਕਰ ਬਗਲ ਤੇ ਆਪਣੀ ਬਗਲ ਚੋਂ ਕੱਛ ਚੋਂ ਸਤਿਗੁਰੂ ਨੇ ਚੰਬੇਲੀ ਦਾ ਫੁੱਲ ਕੱਢਿਆ, ਚੰਬੇਲੀ ਦੁੱਧ ਵਿੱਚ ਮਿਲਾਈ ਤੇ ਉਹ ਚੰਬੇਲੀ ਦਾ ਫੁੱਲ ਜਿਹੜਾ ਕਟੋਰਾ ਦੁੱਧ ਦਾ ਭਰਿਆ ਹੋਇਆ ਸੀ ਉਹਦੇ ਉੱਤੇ ਰੱਖ ਦਿੱਤਾ। ਉਹ ਉੱਤੇ ਉੱਤੇ ਤਰਦਾ ਹੈ। ਨਾਲੇ ਮਹਾਰਾਜ ਨੇ ਦੱਸਿਆ ਵੀ ਅਸੀਂ ਨਿਰਲੇਪ ਹਾਂ, ਨਾ ਦੁੱਧ ਵੀ ਨਹੀਂ ਡੁੱਲਿਆ, ਨਾਲੇ ਚੰਬੇਲੀ ਦੇ ਫੁੱਲ ਦੀ ਖੁਸ਼ਬੂ ਉਹ ਸਤਿਗੁਰੂ ਨੇ ਖਿਲਾਰ ਦਿੱਤੀ। ਜਿਉਂ ਸਾਗਰ ਵਿੱਚ ਗੰਗ ਸਮਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਸਾਗਰ ਸਮੁੰਦਰ ਵਿੱਚ ਗੰਗਾ ਸਮਾ ਜਾਂਦੀ ਹੈ ਨਾ, ਸਮੁੰਦਰ ਉਛਲਦਾ ਨਹੀਂ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਜਿੱਦਾਂ ਉਹਨਾਂ ਨੇ ਪੁੱਛਿਆ ਸੀ, ਮੂੰਹੋਂ ਨਹੀਂ ਬੋਲੇ ਵੀ ਚਲੇ ਜਾਓ, ਕਟੋਰਾ ਭਰ ਕੇ ਅੱਗੇ ਕੀਤਾ ਦੁੱਧ ਦਾ, ਚੰਬੇਲੀ ਦਾ ਫੁੱਲ ਗੁਰੂ ਬਾਬਾ ਜੀ ਨੇ ਅੱਗੇ ਰੱਖਿਆ, ਨਾਲੇ ਉੱਤੇ ਤਰਨ ਲੱਗ ਪਿਆ, ਨਾਲੇ ਸੁਗੰਧੀ ਉਹਦੀ ਫੈਲੀ। ਮਹਾਰਾਜ ਨੇ ਕਿਹਾ ਤੁਹਾਨੂੰ ਅਸੀਂ ਕੁਛ ਨਹੀਂ ਕਹਿਣਾ, ਅਸੀਂ ਤਾਂ ਨਾਮ ਦੀ ਭਗਤੀ ਦੀ ਸੁਗੰਧੀ ਬਿਖੇਰਨ ਆਏ ਹਾਂ। ਜਿਵੇਂ ਆ ਦੁੱਧ ਨਹੀਂ ਡੁੱਲਿਆ ਕਟੋਰੇ ਦਾ, ਇਸੇ ਤਰ੍ਹਾਂ ਤੁਹਾਨੂੰ ਅਸੀਂ ਇੱਥੋਂ ਬਾਹਰ ਕੱਢਣ ਥੋੜ੍ਹੀ ਆਏ ਹਾਂ ਮੁਲਤਾਨ 'ਚੋਂ, ਅਸੀਂ ਤਾਂ ਭਗਤੀ ਦੀ ਨਾਮ ਦੀ ਸੁਗੰਧੀ ਬਿਖੇਰਨ ਆਏ ਹਾਂ। ਅਤੇ ਮੁਲਤਾਨ ਦੇ ਪੀਰ ਗੁਰੂ ਨਾਨਕ ਸਾਹਿਬ ਦੇ ਇਸ ਇਸ਼ਾਰੇ ਨੂੰ ਸਮਝ ਕੇ ਸਤਿਗੁਰਾਂ ਦੇ ਚਰਨਾਂ 'ਤੇ ਝੁਕ ਗਏ ਸਨ, ਮਹਾਰਾਜ ਨੂੰ ਨਮਸਕਾਰ ਕੀਤੀ। ਫਿਰ ਇਹਨਾਂ ਮੁਲਤਾਨ ਦੇ ਪੀਰਾਂ ਨੇ ਸੱਚੇ ਪਾਤਸ਼ਾਹ ਨੂੰ ਕਈ ਸਵਾਲ ਪੁੱਛੇ ਸਨ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਜਦ ਅਸੀਂ ਪੜ੍ਹਦੇ ਹਾਂ ਨਾ, ਉਹਦੇ ਵਿੱਚ ਬਹੁਤ ਵਿਸਥਾਰ ਦੇ ਨਾਲ ਹੀ ਪ੍ਰਸੰਗ ਹੈ। ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਸਾਧਨਾ ਕਰ ਕਰਕੇ ਸਰੀਰ ਜਿਹੜੇ ਨੇ ਉਹ ਸੁੱਕ ਗਏ ਨੇ ਪਰ ਮਨ ਨਹੀਂ ਟਿਕਿਆ। ਸੱਚੇ ਪਾਤਸ਼ਾਹ ਨੇ ਕਿਹਾ ਖੁੱਡ ਦੇ ਵਿੱਚ ਸੱਪ ਗਹਿਰਾ ਅੰਦਰ ਵੜਿਆ ਬੈਠਾ ਹੋਵੇ ਅਤੇ ਬੰਦਾ ਬਾਹਰੋਂ ਡਾਂਗ ਦੇ ਨਾਲ ਖੁੱਡ ਨੂੰ ਉੱਤੋਂ ਕੁੱਟੀ ਜਾਵੇ, ਮਨ 'ਤੇ ਕੀ ਅਸਰ ਹੋਣਾ ਹੈ। ਸੱਚੇ ਪਾਤਸ਼ਾਹ ਨੇ ਕਿਹਾ ਤਾਮਸੀ ਤਪ ਨਹੀਂ, ਪਰਮਾਤਮਾ ਦਾ ਨਾਮ ਜਪਾਂਗੇ ਫਿਰ ਇਹ ਜਿਹੜਾ ਮਨ ਹੈ ਇਹ ਵਸ ਵਿੱਚ ਆਵੇਗਾ, ਇਹ ਸ਼ਾਂਤ ਹੋਵੇਗਾ, ਇਹ ਟਿਕੇਗਾ। ਸੋ ਸੱਚੇ ਪਾਤਸ਼ਾਹ ਨੇ ਮੁਲਤਾਨ ਦੇ ਪੀਰਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ। ਸੋ ਇੱਥੋਂ ਤੱਕ ਸਾਧ ਸੰਗਤ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਸੰਗਤ ਨੇ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂ ਵਾਸਤੇ ਸੁਮਤ ਬਖਸ਼ਣੀ ਜੀ। ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।